ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਪਿਆਰ ਦੀ ਦੁਨੀਆ ਅੰਕ 13ਵਾਂ। ਪੁਸ਼ਪਾ ਦੇ ਚਲੇ ਜਾਣ ਤੋਂ ਥੋੜੀ ਦੇਰ ਬਾਅਦ ਮੁਨਸ਼ੀ ਹੋਰੀ ਸੇਵਾਦਾਸ ਦੇ ਕਮਰੇ ਵਿੱਚ ਦਾਖਲ ਹੋਏ। ਸੇਵਾਦਾਸ ਦਾ ਚਿਹਰਾ ਸਦਾ ਤੋਂ ਉਲਟਾ ਖਿੜਿਆ ਹੋਇਆ ਵੇਖ ਕੇ ਮੁਨਸ਼ੀ ਹੋਰਾਂ ਨੂੰ ਖੁਸ਼ੀ ਹੋਈ। ਸੇਵਾਦਾਸ ਸੱਚਮੁੱਚ ਇਸ ਵੇਲੇ ਕਿਸੇ ਹੋਰ ਦੁਨੀਆ ਵਿੱਚ ਸੀ। ਇਸ ਵੇਲੇ ਉਸਦੇ ਹਿਰਦੇ ਦਾ ਉਹ ਡੂੰਘਾ ਟੋਇਆ ਪੂਰਿਆ ਜਾ ਚੁੱਕਾ ਸੀ ਜਿਹੜਾ ਸ਼ਾਂਤੀ ਦੀ ਅਨਹੋਦ ਨੇ ਪਾ ਦਿੱਤਾ ਸੀ। ਅੱਜ ਫਿਰ ਉਸਨੂੰ ਸ਼ਾਂਤੀ ਮਿਲੀ, ਪ੍ਰਤੱਖ ਰੂਪ ਵਿੱਚ ਉਹੀ ਸ਼ਾਂਤੀ ਜਿਸ ਨੂੰ ਉਹ ਕਦੇ ਦਾ ਗਵਾ ਚੁੱਕਾ ਸੀ। ਉਹਨੂੰ ਸਾਰਾ ਸੰਸਾਰ ਅੱਜ ਸੁਖੀ ਤੇ ਪਿਆਰ ਭਰਪੂਰ ਦਿਸ ਰਿਹਾ ਸੀ। ਮੇਰਾ ਭਵਿੱਖ ਕਿਤਨਾ ਉਜਲਾ ਹੋਵੇਗਾ। ਦੇਸ਼ ਸੇਵਾ ਵਿੱਚ ਪੁਸ਼ਪਾ ਮੇਰਾ ਸਾਥ ਦੇਵੇਗੀ। ਅਸੀਂ ਦੋਵੇਂ ਰਲ ਕੇ ਭਾਰਤ ਮਾਤਾ ਦੀ ਗੁਲਾਮੀ ਦੂਰ ਕਰਨ ਲਈ ਕਮਰ ਕੱਸੇ ਕਰਕੇ ਨਿਕਲਾਂਗੇ ਤੇ ਇੱਕ ਨਵੇਂ ਯੁੱਗ ਦੀ ਰਚਨਾ ਰਚਾਂਗੇ। ਭਾਰਤੀਆਂ ਦੇ ਮੁਰਦਾ ਦਿਲ ਜਿਉਂ ਉੱਠਣਗੇ, ਮੁਰਝਾਏ ਕਵਲ ਖਿੜ ਪੈਣਗੇ। ਦੇਸ਼ ਦੀ ਪਤਝੜ ਉੱਤੇ ਇੱਕ ਵਾਰੀ ਫਿਰ ਬਹਾਰ ਆਵੇਗੀ। ਬੁਲਬੁਲਾਂ ਆਜ਼ਾਦੀ ਦੇ ਤਰਾਨੇ ਗਾਉਣਗੀਆਂ। ਸਾਡਾ ਦੇਸ਼। ਉਸ ਦੇ ਖਿਆਲਾਂ ਦੀ ਲੜੀ ਤੋੜ ਚੜ੍ਹਨ ਤੋਂ ਪਹਿਲਾਂ ਹੀ ਟੁੱਟ ਗਈ ਜਦ ਉਸਦੇ ਕੰਨੀ ਆਵਾਜ਼ ਪਈ, ਅੱਜ ਗਏ ਸਾਂ ਪੁਸ਼ਪਾ ਲਈ ਮੁੰਡਾ ਵੇਖਣ। ਕੀ ਕਿਹਾ ਜੇ? ਉਸਨੇ ਗੱਲ ਦਾ ਮਤਲਬ ਸਮਝਣ ਲਈ ਮੁਨਸ਼ੀ ਹੋਰਾਂ ਨੂੰ ਪੁੱਛਿਆ। ਆਪਣੀ ਗੱਲ ਨੂੰ ਮੁੜ ਦੁਹਰਾਉਣ ਦੇ ਥਾਂ ਮੁਨਸ਼ੀ ਹੋਰੀ ਹੈਰਾਨੀ ਨਾਲ ਉਸਦੇ ਚਿਹਰੇ ਵੱਲ ਤੱਕਦੇ ਹੋਏ ਬੋਲੇ, ਕਿਉਂ ਸਵਾਮੀ ਜੀ, ਤਬੀਅਤ ਕੁਝ ਖਰਾਬ ਹੋ ਗਈ ਜੇ? ਮੈਂ ਤੇ ਖਿਆਲ ਕਰਦਾ ਸਾਂ ਅੱਜ ਤੁਸੀਂ ਹੋਰ ਦਿਨਾਂ ਨਾਲੋਂ ਨਰੋਏ ਹੋ। ਪਰ ਮੈਂ ਬਿਲਕੁਲ ਠੀਕ ਹਾਂ, ਸੇਵਾਦਾਸ ਕਹਿਣ ਲੱਗਾ। ਐਵੇਂ ਕਿਸੇ ਵੇਲੇ ਜ਼ਖਮ ਨੂੰ ਚੀਜ਼ ਜਿਹੀ ਪੈਂਦੀ ਏ। ਹਾਂ, ਤੁਸੀਂ ਕੀ ਕਹਿ ਰਹੇ ਸਾਂ ਪੁਸ਼ਪਾ ਲਈ? ਕੀ? ਮੁਨਸ਼ੀ ਹੋਰੀ ਬੋਲੇ, ਇਸੇ ਬਾਰੇ ਤੁਹਾਥੋਂ ਸਲਾਹ ਲੈਣ ਆਇਆ ਵਾਂ। ਤੁਸੀਂ ਜਾਣਦੇ ਹੋ ਅੱਜ ਕੱਲ੍ਹ ਸਮਾਂ ਕਿਸ ਤਰ੍ਹਾਂ ਦਾ ਹੈ ਤੇ ਇਹ ਅੜਬ ਕੁੜੀ ਆਪਣੀ ਹੀ ਕੀਤੀ ਕਰਦੀ ਏ। ਹੁਣ ਤੀਕ ਤਾਂ ਵਿਆਹ ਵੱਲੋਂ ਇਹਨੇ ਨੰਨਾ ਹੀ ਫੜੀ ਰੱਖਿਆ ਸੀ। ਕਦੇ ਕਹੇ ਮੈਂ ਸਾਰੀ ਉਮਰ ਕੁਆਰੀ ਰਹਿਣਾ ਏ ਤੇ ਕਦੇ ਆਖੇ ਮੈਂ ਦੇਸ਼ ਦੀ ਸੇਵਾ ਵਿੱਚ ਜ਼ਿੰਦਗੀ ਬਿਤਾਣੀ ਏ। ਭਲਾ ਸਵਾਮੀ ਜੀ ਤੁਸੀਂ ਦੱਸੋ, ਇਹ ਕੋਈ ਅਕਲ ਦੀਆਂ ਗੱਲਾਂ ਨੇ? ਅਖੀਰ ਮਸੇ ਕਿਤੇ ਰਾਜੀ ਹੋਈ ਏ ਵਿਆਹ ਕਰਾਉਣ ਨੂੰ। ਨਾਲੇ ਸਵਾਮੀ ਜੀ ਮੁੰਡੇ ਵੀ ਤੇ ਅੱਜ ਕੱਲ੍ਹ ਕੰਮ ਦੇ ਘੱਟ ਹੀ ਲੱਭਦੇ ਨੇ। ਇਹ ਵੀ ਪੁਸ਼ਪਾ ਦੀ ਮਾਂ ਨੇ ਹਿੰਮਤ ਕੀਤੀ ਏ ਜੋ ਜੱਜ ਦੇ ਲੜਕੇ ਨਾਲ ਪੁਸ਼ਪਾ ਦਾ ਸਾਕ ਹੋਣ ਲੱਗਾ ਏ। ਘਰ ਬੜਾ ਖਾਨਦਾਨੀ ਏ। ਨਾਲੇ ਮੇਰੇ ਉੱਤੇ ਤਾਂ ਜੱਜ ਸਾਹਿਬ ਨੇ ਉਹ ਉਪਕਾਰ ਕੀਤਾ ਹੈ ਜਿਸ ਦਾ ਬਦਲਾ ਮੈਂ ਉਹਨਾਂ ਨੂੰ ਸਾਰੀ ਉਮਰ ਨਹੀਂ ਦੇ ਸਕਦਾ। ਸਾਡੇ ਪ੍ਰੀਤਮ ਦੀ ਨੌਕਰੀ ਉਹਨਾਂ ਦੀ ਕਿਰਪਾ ਨਾਲ ਲੱਗੀ ਏ। ਸਵਾਮੀ ਜੀ ਉਹ ਬੜੀ ਪਹੁੰਚਦੀ ਸਾਮੀ ਏ। ਇਹੋ ਜਿਹੇ ਲੋਕਾਂ ਨਾਲ ਰਿਸ਼ਤੇ ਗੰਢਿਆਂ ਬਾਹਾਂ ਲੰਮੀਆਂ ਹੁੰਦੀਆਂ ਨੇ। ਮੇਰੀ ਸਲਾਹ ਏ ਪੁਸ਼ਪਾ ਦਾ ਵਿਆਹ ਹੋ ਜਾਵੇ ਤੇ ਉਧਰੋਂ ਪ੍ਰੀਤਮ ਵੀ ਆਪਣੀ ਸਰਵਿਸ ਤੇ ਲੱਗ ਜਾਵੇ ਤਾਂ ਆਉਂਦੇ ਸਾਲ ਨੂੰ ਜੱਜ ਸਾਹਿਬ ਦੀ ਇੱਕ ਹੋਰ ਸਿਫਾਰਿਸ਼ ਲੜਾ ਕੇ ਉਸਨੂੰ ਡਿਸਟ੍ਰਿਕਟ ਮੈਜਿਸਟ੍ਰੇਟ ਜਾਂ ਸਬ ਜੱਜ ਲਵਾ ਦਿਆਂਗਾ। LLB ਤਾਂ ਇਹਨੇ ਕੀਤੀ ਹੋਈ ਹੈ। ਸਾਰੇ ਮਜ਼ਮੂਨ ਦਾ ਥੋੜਾ ਹਿੱਸਾ ਸੇਵਾਦਾਸ ਦੀ ਸਮਝ ਵਿੱਚ ਆਇਆ, ਪਰ ਜਿੰਨਾ ਕੁ ਉਹਨੇ ਸਮਝਿਆ ਇਦੋਂ ਬਹੁਤਾ ਸਮਝਣ ਦੀ ਉਸ ਵਿੱਚ ਹਿੰਮਤ ਹੀ ਬਾਕੀ ਨਹੀਂ ਸੀ ਰਹੀ। ਚੰਗੀ ਗੱਲ ਹੈ ਉਸਦੇ ਮੂੰਹੋਂ ਨਿਕਲਿਆ, ਪਰ ਉਹ ਸਮਝ ਨਾ ਸਕਿਆ ਕਿ ਉਸਨੇ ਕੀ ਕਿਹਾ ਹੈ। ਉਸ ਦੀਆਂ ਅੱਖਾਂ ਅੱਗੇ ਹਨੇਰਾ ਜਿਹਾ ਆਉਣ ਲੱਗਾ। ਮੁਨਸ਼ੀ ਹੋਰੀ ਕਹਿ ਰਹੇ ਸਨ, ਮੁੰਡਾ ਸ਼ਕਲ ਸੂਰਤ ਵੱਲੋਂ ਮਾੜਾ ਨਹੀਂ, ਨਾਲੇ ਪੁਸ਼ਪਾ ਨੇ ਇੱਕ ਤਰ੍ਹਾਂ ਨਾਲ ਉਹਨੂੰ ਪਸੰਦ ਕਰ ਹੀ ਲਿਆ ਹੈ। ਪੁਸ਼ਪਾ ਦੀ ਮਾਂ ਕਹਿੰਦੀ ਸੀ, ਸਾਡੀ ਸਲਾਹ ਏ ਕੱਲ ਉਸਨੂੰ ਰੋਟੀ ਖਵਾਉਣ ਦੇ ਪੱਜ ਸੱਦ ਘੱਲੀਏ। ਪੁਸ਼ਪਾ ਨੇ ਵੀ ਉਹਨੂੰ ਮਿਲਣ ਦੀ ਖਾਹਿਸ਼ ਜ਼ਾਹਿਰ ਕੀਤੀ ਹੈ। ਭਾਵੇਂ ਮੈਂ ਪੁਰਾਣੇ ਖਿਆਲਾਂ ਦਾ ਆਦਮੀ ਹਾਂ, ਪਰ ਜ਼ਮਾਨੇ ਦੀ ਰਫ਼ਤਾਰ ਨਾਲ ਆਦਮੀ ਨੂੰ ਚੱਲਣਾ ਹੀ ਪੈਂਦਾ ਏ। ਮੈਂ ਇਸ ਵਿੱਚ ਕੋਈ ਹਰਜ ਨਹੀਂ ਸਮਝਦਾ। ਨਾਲੇ ਤੁਸੀਂ ਵੀ ਜਰਾ ਮੁੰਡੇ ਨੂੰ ਝਾਤੀ ਮਾਰ ਲਓਗੇ। ਸੇਵਾਦਾਸ ਲਈ ਹੋਰ ਕੁਝ ਕਹਿਣਾ ਜਾਂ ਸੁਣਨਾ ਬਾਕੀ ਨਹੀਂ ਸੀ। ਇਸ ਤੋਂ ਬਾਅਦ ਜਿੰਨਾ ਚਿਰ ਮੁਨਸ਼ੀ ਹੋਰੀ ਉਹਨਾਂ ਦੇ ਪਾਸ ਬੈਠੇ ਗੱਲਾਂ ਕਰਦੇ ਰਹੇ, ਉਹ ਕੇਵਲ ਹੁੰਗਾਰਾ ਹੀ ਭਰਦਾ ਰਿਹਾ ਬਿਨਾਂ ਸਮਝਿਆ। ਮੁਨਸ਼ੀ ਹੋਰਾਂ ਵੀ ਬਹੁਤਾ ਚਿਰ ਬੈਠਣਾ ਮੁਨਾਸਿਬ ਨਾ ਸਮਝਿਆ। ਉਹ ਖਿਆਲ ਕਰ ਰਹੇ ਸਨ ਸ਼ਾਇਦ ਸਵਾਮੀ ਹੋਰਾਂ ਦੀ ਤਬੀਅਤ ਇਸ ਵੇਲੇ ਜ਼ਿਆਦਾ ਖਰਾਬ ਹੈ। ਉਹ ਉੱਠ ਕੇ ਚਲੇ ਗਏ। ਸਾਰੀ ਰਾਤ ਸੇਵਾਦਾਸ ਦੀ ਅੱਖ ਨਹੀਂ ਲੱਗੀ। ਪ੍ਰਭਾਤ ਦਾ ਵੇਲਾ ਹੋ ਗਿਆ, ਪਰ ਉਸਦੀਆਂ ਅੱਖਾਂ ਨੀਂਦ ਵਹਾਉਣੀਆਂ ਸਨ। ਉਸਨੇ ਆਪਣੇ ਭਵਿੱਖ ਦੀ ਕਿਤਾਬ ਨੂੰ ਵਾਚਿਆ ਤੇ ਇਸ ਸਿੱਟੇ ਤੇ ਪੁੱਜਾ ਕਿ ਸ਼ਾਂਤੀ ਵਾਂਗੇ ਪੁਸ਼ਪਾ ਵੀ ਉਸ ਲਈ ਬਣਾਈ ਨਹੀਂ ਗਈ। ਇਸ ਦੀ ਆਸ ਕਰਨੀ ਉਸੇ ਤਰ੍ਹਾਂ ਹੈ ਜਿਵੇਂ ਪਰਾਈ ਹਕੂਮਤ ਪਾਸੋਂ ਸਵਰਾਜ ਦੀ ਆਸ ਰੱਖਣੀ। ਕਲੌਕ ਨੇ ਜਦ 4 ਵਜਾਏ ਤਾਂ ਉਸਨੂੰ ਪਤਾ ਲੱਗਾ ਕਿ ਰਾਤ ਦੇ ਇਹ 3 ਪਹਿਰ ਉਸਨੇ ਪੁਸ਼ਪਾ ਦੀ ਉਲਝਣ ਵਿੱਚ ਹੀ ਬਿਤਾ ਦਿੱਤੇ ਹਨ। ਉਹ ਉੱਠ ਬੈਠਾ। ਉਸਦੇ ਦਿਲ ਨੇ ਕਿਹਾ, ਇੱਥੇ ਰਹਿਣਾ ਹੁਣ ਫਜ਼ੂਲ ਹੈ। ਇੱਕ ਵਾਰੀ ਪੁਸ਼ਪਾ ਦੀ ਮੂਰਤ ਨੇ ਫਿਰ ਉਸਦੀਆਂ ਅੱਖਾਂ ਅੱਗੇ ਲੁਭਾਉਣਾ ਨੱਚ ਕੇ ਉਸਦਾ ਰਸਤਾ ਰੋਕਣਾ ਚਾਹਿਆ। ਉਸਦੇ ਭਵਿੱਖਤ ਪ੍ਰੋਗਰਾਮ ਵਿੱਚ ਦਖਲ ਅੰਦਾਜ਼ੀ ਕਰਨੀ ਚਾਹੀ, ਪਰ ਉਸਦੀ ਆਤਮਾ
ਸਟਾ ਸਹਿ ਸਹਿ ਕੇ ਕਰੜੀ ਹੋ ਚੁੱਕੀ ਸੀ। ਉਸਨੂੰ ਤਜਰਬਾ ਹੋ ਚੁੱਕਾ ਸੀ ਕਿ ਅਣਅਧਿਕਾਰਤ ਚੀਜ਼ਾਂ ਲਈ ਵਿਅਰਥ ਸਮਾਂ ਗਵਾਉਣਾ ਨਿਪਟ ਜਾਣ ਦਾ ਖੌਅ ਹੈ, ਹੋਰ ਕੁਝ ਨਹੀਂ। ਆਤਮਾ ਨੇ ਉਸਨੂੰ ਬਲ ਦਿੱਤਾ ਤੇ ਉਹ ਦਿਲ ਦੀਆਂ ਅੱਖਾਂ ਅੱਗੇ ਆਈ ਹੋਈ ਪੁਸ਼ਪਾ ਦੀ ਤਸਵੀਰ ਨੂੰ ਤਿਆਗ ਦੀ ਠੋਕਰ ਮਾਰ ਕੇ ਮੰਜੇ ਤੋਂ ਉੱਠਿਆ। ਦੱਬੇ ਪੈਰੀ ਕਮਰੇ ਦੀ ਉਸ ਨੁਕਰੇ ਪੁੱਜਾ ਜਿੱਥੇ ਉਸਦਾ ਅਸਬਾਬ ਪਿਆ ਸੀ। ਅਸਬਾਬ ਸਮੇਟਣ ਤੋਂ ਬਾਅਦ ਇੱਕ ਕਾਗਜ਼ ਉੱਤੇ ਕੁਝ ਲਿਖ ਸਰਹਾਣੇ ਹੇਠ ਰੱਖ ਕੇ ਦੱਬੇ ਪੈਰੀ ਬੂਹਾ ਖੋਲ ਕੇ ਬਾਹਰ ਨਿਕਲਿਆ। ਪ੍ਰਭਾਤ ਦੇ ਕੁਸਮੁਸੇ ਵਿੱਚ ਉਸਨੂੰ ਰੋਕਣ ਵਾਲਾ ਕੋਈ ਨਹੀਂ ਸੀ। ਅੰਕ 14ਵਾਂ। ਫਿਲੌਰ ਪਹੁੰਚਣ ਤੋਂ ਕੁਝ ਦਿਨ ਬਾਅਦ ਪ੍ਰੀਤਮ ਨੂੰ ਇੱਕ ਲਿਫਾਫਾ ਮਿਲਿਆ। ਇਹ ਸਾਦਿਕ ਵੱਲੋਂ ਸੀ। ਲਿਖਿਆ ਹੋਇਆ ਸੀ, ਮੇਰੇ ਪਿਆਰੇ ਪ੍ਰੀਤਮ, ਕੀ ਮੈਂ ਉਮੀਦ ਕਰ ਸਕਦਾ ਹਾਂ ਕਿ ਤੂੰ ਇੱਕ ਗੁਨਾਹਗਾਰ ਤੇ ਬੇਵਫਾ ਦੋਸਤ ਦੀ ਚਿੱਠੀ ਪੜ੍ਹੇਂਗਾ? ਮੈਂ ਜਿੰਨਾ ਗਰੂਰ ਤੇ ਤਕੱਬਰ ਕੀਤਾ ਸੀ ਉਸ ਤੋਂ ਦੂਣੀ ਸਜ਼ਾ ਮੈਨੂੰ ਮਿਲ ਗਈ। ਕਾਸ਼ ਉਹ ਫਰਿਸ਼ਤਾ ਜਿਸਨੂੰ ਮੈਂ ਛੁਰੇ ਨਾਲ ਤਕਰੀਬਨ ਖਤਮ ਕਰਕੇ ਭੱਜਿਆ ਸਾਂ ਮੈਨੂੰ ਨਾ ਬਚਾਉਂਦਾ ਤੇ ਮੈਨੂੰ ਆਪਣੇ ਕੀਤੇ ਦੀ ਸਜ਼ਾ ਭੁਗਤਣ ਦਿੰਦਾ। ਮੈਨੂੰ ਭਾਵੇਂ ਪੁਲਿਸ ਨੇ ਬਰੀ ਕਰ ਦਿੱਤਾ ਹੈ, ਪਰ ਮੈਨੂੰ ਤਦ ਤੱਕ ਇਤਮੀਨਾਨ ਨਹੀਂ ਹੋ ਸਕਦਾ ਜਦ ਤੱਕ ਤੂੰ ਤੇ ਤੇਰਾ ਉਹ ਮਿਹਰਬਾਨ ਮੈਨੂੰ ਬਰੀ ਨਹੀਂ ਕਰਦੇ। ਤੂੰ ਜ਼ਰੂਰ ਜਾਣਨਾ ਚਾਹੁੰਦਾ ਹੋਵੇਂਗਾ ਕਿ ਮੈਂ ਕਿਉਂ ਮਜ਼ਹਬੀ ਜਨੂਨ ਦਾ ਸ਼ਿਕਾਰ ਬਣਿਆ। ਪ੍ਰੀਤਮ, ਇਹ ਕਹਾਣੀ ਬਹੁਤ ਲੰਮੀ ਹੈ ਜੋ ਕਦੇ ਮਿਲ ਕੇ ਹੀ ਬਿਆਨ ਕਰਾਂਗਾ। ਹਾਲੇ ਮੁਖਤਸਰ ਤੌਰ ਤੇ ਇੰਨਾ ਹੀ ਲਿਖਦਾ ਹਾਂ ਕਿ ਤੇਰੇ ਚਲੇ ਜਾਣ ਤੋਂ ਬਾਅਦ ਮੈਂ ਆਪਣੇ ਕੁਝ ਹਮ ਮਜ਼ਹਬ ਦੋਸਤਾਂ ਦੇ ਜ਼ੋਰ ਦੇਣ ਤੇ ਇੱਕ ਐਸੀ ਅੰਜਮਨ ਦਾ ਮੈਂਬਰ ਜਾ ਬਣਿਆ ਜਿਸ ਦਾ ਮਕਸਦ ਸੀ ਇਸਲਾਮੀ ਹਕੂਕ ਦੀ ਰਾਖੀ ਕਰਨੀ। ਭਾਵੇਂ ਮੇਰੀ ਇਹਨਾਂ ਮਾਮਲਿਆਂ ਨਾਲ ਦਿਲਚਸਪੀ ਘੱਟ ਸੀ, ਪਰ ਫਿਰ ਵੀ ਮੈਂ ਮੁਖਤਲਿਫ ਔਕਾਤ ਉੱਤੇ ਇਸ ਸੁਸਾਇਟੀ ਵਿੱਚ ਜਾਂਦਾ ਰਿਹਾ। ਉਹ ਅੰਜਮਨ ਵਿੱਚ ਇੱਕ ਬੜਾ ਜ਼ਬਰਦਸਤ ਸਪੀਕਰ ਸੀ ਜਿਸ ਦੀਆਂ ਜੋਸ਼ੀਲੀਆਂ ਤਕਰੀਰਾਂ ਨੇ ਦਿਨਾਂ ਵਿੱਚ ਹੀ ਮੇਰੀ ਰੂਹ ਨੂੰ ਫਿਰਕਾ ਪ੍ਰਸਤੀ ਦੇ ਰੰਗ ਵਿੱਚ ਰੰਗ ਦਿੱਤਾ। ਇਸ ਤੋਂ ਬਾਅਦ ਮੈਂ ਨਵੇਂ ਪ੍ਰੋਗਰਾਮ ਵਿੱਚ ਬੜੀ ਸਰਗਰਮੀ ਨਾਲ ਹਿੱਸਾ ਲੈਣ ਲੱਗਾ। ਵਤਨ ਪ੍ਰਸਤੀ ਦੇ ਖਿਆਲ ਮੇਰੇ ਦਿਲੋਂ ਇੱਕ ਇੱਕ ਕਰਕੇ ਸਭ ਉੱਡ-ਪੁੱਡ ਗਏ। ਅਖੀਰ ਜਦ ਬਾਰ ਦੇ ਫਸਾਦ ਵਾਲਾ ਮਾਮਲਾ ਮੈਂ ਅਖਬਾਰ ਵਿੱਚ ਪੜ੍ਹਿਆ ਤਾਂ ਮੇਰੀਆਂ ਅੱਖਾਂ ਵਿੱਚ ਖੂਨ ਉਤਰ ਆਇਆ, ਖਾਸ ਕਰਕੇ ਇਸ ਲਈ ਕਿ ਇਸ ਸਾਰੀ ਕਾਰਵਾਈ ਦਾ ਬਾਨੀ ਮੈਂ ਤੈਨੂੰ ਠਹਿਰਾਂਦਾ ਸਾਂ। ਮੇਰਾ ਖਿਆਲ ਸੀ ਤੇਰੀ ਜ਼ਮੀਨ ਵਿੱਚ ਤੇ ਤੇਰੇ ਹੀ ਮੁਜ਼ਾਰਿਆਂ ਦੇ ਹੱਥੀਂ ਇਹ ਮਜ਼ਾਰ ਗਿਰਾਈ ਗਈ ਹੈ, ਇਸ ਲਈ ਜ਼ਰੂਰ ਇਸ ਵਿੱਚ ਤੇਰਾ ਹੱਥ ਹੈ। ਲਿਖਦਿਆਂ ਕਲਮ ਕੰਬਦੀ ਹੈ ਪ੍ਰੀਤਮ। ਮੈਂ ਕੁਰਾਨ ਨੂੰ ਹੱਥ ਵਿੱਚ ਲੈ ਕੇ ਤੈਨੂੰ ਕਤਲ ਕਰਨ ਦੀ ਕਸਮ ਖਾ ਲਈ। ਜਿਸ ਦਿਨ ਦਾ ਇਹ ਵਾਕਿਆ ਹੈ ਉਸ ਦਿਨ ਮੈਂ ਤੈਨੂੰ ਹੀ ਕਤਲ ਕਰਨ ਲਈ ਨਿਕਲਿਆ ਸਾਂ, ਪਰ ਤੇਰੇ ਗੁਆਂਢੀਆਂ ਤੋਂ ਜਦ ਪਤਾ ਲੱਗਾ ਕਿ ਤੂੰ ਹਾਲੇ ਬਾਰ ਵਿੱਚੋਂ ਨਹੀਂ ਮੁੜਿਆ ਤਾਂ ਮੈਂ ਕਚੀਚੀਆਂ ਖਾ ਕੇ ਪਿਛਾਂਹ ਪਰਤਿਆ। ਪਰ ਮੇਰੇ ਸਿਰ ਤੇ ਇੰਤਕਾਮ ਦਾ ਭੂਤ ਸਵਾਰ ਸੀ। ਮੈਂ ਸੋਚਿਆ ਜੇ ਪ੍ਰੀਤਮ ਨਹੀਂ ਮਿਲਿਆ ਤਾਂ ਉਸਨੂੰ ਫੇਰ ਕਦੇ ਟਿਕਾਣੇ ਲਾ ਲਵਾਂਗਾ, ਪਰ ਅੱਜ ਮੈਂ ਆਪਣੇ ਛੁਰੇ ਦੀ ਪਿਆਸ ਬੁਝਾਏ ਬਗੈਰ ਵਾਪਸ ਨਹੀਂ ਮੁੜਨਾ। ਬਦਕਿਸਮਤੀ ਨੂੰ ਰਸਤੇ ਵਿੱਚ ਉਹ ਵਿਚਾਰਾ ਟੱਕਰ ਗਿਆ ਤੇ ਮੈਂ ਸਿੱਖ ਸਮਝ ਕੇ ਉਸ ਉੱਤੇ ਵਾਰ ਕਰ ਦਿੱਤਾ, ਪਰ ਪਿੱਛੋਂ ਪਤਾ ਲੱਗਾ ਕਿ ਉਹ ਸਿੱਖ ਨਹੀਂ ਹਿੰਦੂ ਸੀ। ਉਸਨੇ ਸਿਰਫ ਦਾੜੀ ਹੀ ਕੁਝ ਵਧਾਈ ਹੋਈ ਸੀ। ਮੈਨੂੰ ਪੁਲਿਸ ਨੇ ਮੌਕੇ ਤੇ ਗ੍ਰਿਫਤਾਰ ਕਰ ਲਿਆ, ਪਰ ਮੈਂ ਮੁੱਕਰ ਗਿਆ। ਅਖੀਰ ਉਸ ਰੱਬ ਦੇ ਪਿਆਰੇ ਨੇ ਜਿਸ ਤਰ੍ਹਾਂ ਗਵਾਹੀ ਉਲਟ-ਪੁਲਟ ਦੇ ਕੇ ਮੈਨੂੰ ਬਚਾਇਆ, ਇਹ ਸਭ ਤੇਰੀ ਮੌਜੂਦਗੀ ਵਿੱਚ ਹੋਇਆ ਸੀ। ਦਿਲ ਕਰਦਾ ਹੈ ਉਹ ਛੁਰੀ ਆਪਣੀ ਛਾਤੀ ਵਿੱਚ ਮਾਰ ਕੇ ਉਸ ਮਿਹਰਬਾਨ ਦੇ ਪੈਰਾਂ ਵਿੱਚ ਤੜਫ ਕੇ ਜਾਨ ਦੇ ਦਿਆਂ। ਅਖੀਰ ਪੁਲਿਸ ਨੂੰ ਛੱਡਣਾ ਪਿਆ। ਬਾਹਰ ਆ ਕੇ ਜਦ ਮੈਂ ਅਖਬਾਰਾਂ ਵਿੱਚ ਬਾਰ ਵਾਲੇ ਕੇਸ ਦੀ ਅਸਲੀਅਤ ਪੜ੍ਹੀ ਤੇ ਇਹ ਵੀ ਪੜ੍ਹਿਆ ਕਿ ਤੇਰੀ ਹੀ ਹਿੰਮਤ ਤੇ ਰਸੂਖ ਦਾ ਸਦਕਾ ਇਹ ਮਾਮਲਾ ਪਿਆਰ ਨਾਲ ਨਜਿੱਠਿਆ ਗਿਆ ਹੈ, ਅਸਲ ਵਿੱਚ ਗੱਲ ਕੁਝ ਵੀ ਨਹੀਂ ਸੀ, ਤਾਂ ਆਪਣੀ ਤੇ ਆਪਣੇ ਭਰਾਵਾਂ ਦੀ ਬੇਵਕੂਫੀ ਉੱਤੇ ਮੈਂ ਹੋਰ ਵੀ ਜਲੀਲ ਹੋਇਆ ਕਿ ਕਿਉਂ ਬਿਨਾਂ ਵਜ੍ਹਾ ਇਤਨੇ ਖੂਨ ਵਹਾਏ ਗਏ। ਬਹੁਤਾ ਕੀ ਲਿਖਾਂ ਪ੍ਰੀਤਮ, ਨਦਾਮਤ ਤੇ ਸ਼ਰਮਿੰਦਗੀ ਕਰਕੇ ਕਲਮ ਕੰਬ ਰਹੀ ਹੈ। ਜੇ ਇੱਕ ਵਾਰੀ ਮੈਨੂੰ ਮਾਫ ਕਰ ਸਕੇ ਤਾਂ ਸਾਰੀ ਉਮਰ ਲਈ ਤੇਰਾ ਗੁਲਾਮ ਰਹਾਂਗਾ। ਹਾਂ, ਤੇ ਉਸ ਫਰਿਸ਼ਤੇ ਦਾ ਦੀਦਾਰ ਕਰਨ ਦੀ ਤਮੰਨਾ ਨੂੰ ਮੈਂ ਕਿਸੇ ਤਰ੍ਹਾਂ ਨਹੀਂ ਰੋਕ ਸਕਦਾ ਜਿਸ ਜਿੱਡਾ ਫਰਾਕ ਦਿਲ ਆਦਮੀ ਮੈਂ ਅੱਜ ਤੱਕ ਨਹੀਂ ਵੇਖਿਆ। ਮੈਨੂੰ ਹਸਪਤਾਲੋਂ ਪਤਾ ਲੱਗਾ ਸੀ ਕਿ ਤੁਸੀਂ ਉਸਨੂੰ ਆਪਣੇ ਘਰ ਲੈ ਗਏ ਹੋ। ਮੈਂ ਬੜੀ ਬੇਕਰਾਰੀ ਨਾਲ ਤੇਰਾ ਜਵਾਬ ਉਡੀਕਾਂਗਾ। ਮੈਂ ਕਾਲਜ ਛੱਡ ਦਿੱਤਾ ਹੈ ਤੇ ਅੱਜ-ਕੱਲ੍ਹ ਲਾਹੌਰ ਹੀ ਰਹਿੰਦਾ ਹਾਂ। ਤੇਰਾ ਗੁਨਾਹਗਾਰ ਸਾਦਿਕ। ਚਿੱਠੀ ਪੜ੍ਹਦਿਆਂ ਪ੍ਰੀਤਮ ਸਿੰਘ ਦਾ ਚਿਹਰਾ ਗੰਭੀਰ ਹੋ ਗਿਆ। ਆਪਣੇ ਅਭਾਗੇ ਦੋਸਤ ਲਈ ਉਸਦੇ ਦਿਲ ਵਿੱਚ ਹਮਦਰਦੀ ਤੇ ਪਿਆਰ ਦਾ ਹੜ੍ਹ ਆ ਗਿਆ। ਜਿਸ ਅੱਗੇ ਸਭ ਸ਼ਿਕਵੇ ਰੋਸੇ ਰੁੜ ਗਏ, ਉਸਨੇ ਉਸੇ ਵੇਲੇ ਚਿੱਠੀ ਦਾ ਉੱਤਰ ਲਿਖਣਾ ਸ਼ੁਰੂ ਕੀਤਾ। ਮੇਰੇ ਪਿਆਰੇ ਸਾਦਿਕ, ਚਿੱਠੀ ਮਿਲੀ। ਤੈਨੂੰ ਮਿਲਣ ਦੀ ਖੁਆਇਸ਼ ਮੇਰੇ ਦਿਲੋਂ ਕਦੇ ਵੀ ਦੂਰ ਨਹੀਂ ਹੋਈ, ਪਰ ਜਦ ਕਈ ਚਿੱਠੀਆਂ ਪਾਉਣ ਤੇ ਵੀ ਤੂੰ ਜਵਾਬ ਨਾ ਦਿੱਤਾ ਤਾਂ ਮੈਂ ਮਾਯੂਸ ਹੋ ਗਿਆ।
ਸੱਚਮੁੱਚ ਜੋ ਕੁਝ ਤੂੰ ਕੀਤਾ ਹੈ ਇਸ ਦੀ ਮੈਨੂੰ ਤੇਰੇ ਤੋਂ ਉਮੀਦ ਨਹੀਂ ਸੀ, ਪਰ ਕਈ ਵਾਰੀ ਅਜਿਹਾ ਹੋ ਜਾਇਆ ਕਰਦਾ ਹੈ, ਖਾਸ ਕਰਕੇ ਤੇਰੇ ਵਰਗੇ ਕਾਲੇ ਨੌਜਵਾਨ ਪਾਸੋਂ, ਜਿਹੜਾ ਝਟਪਟ ਕਿਸੇ ਦੇ ਅਸਰ ਹੇਠ ਆ ਕੇ ਆਪਣੀ ਜ਼ਿੰਦਗੀ ਦਾ ਸਾਰਾ ਪਾਸਾ ਹੀ ਪਲਟ ਦੇਵੇ। ਸਾਦਕ, ਮੈਂ ਤੇਰੀ ਤਬੀਅਤ ਦਾ ਚੰਗੀ ਤਰ੍ਹਾਂ ਵਾਕਿਫ ਹਾਂ, ਇਸ ਕਰਕੇ ਇਸ ਵਿੱਚ ਤੇਰਾ ਕਸੂਰ ਬਹੁਤਾ ਨਹੀਂ ਮੰਨਦਾ। ਤੇਰੀ ਤਬੀਅਤ ਸ਼ੁਰੂ ਤੋਂ ਹੀ ਕਾਲੀ ਤੇ ਜੋਸ਼ੀਲੀ ਹੈ। ਕਾਲਜ ਲਾਈਫ ਵਿੱਚ ਮੈਂ ਤੇਰੀ ਹਰ ਇੱਕ ਗੱਲ ਨੂੰ ਬਿਨਾਂ ਹੀਲ ਹੁੱਜਤ ਮੰਨਦਾ ਰਿਹਾ ਹਾਂ, ਭਾਵੇਂ ਤੇਰੀਆਂ ਕਈ ਗੱਲਾਂ ਨਾਲ ਮੇਰਾ ਇਖਤਲਾਫ ਵੀ ਹੁੰਦਾ ਸੀ। ਮੈਂ ਜਾਣਦਾ ਸਾਂ ਮੇਰੇ ਵੱਲੋਂ ਇਨਕਾਰ ਹੋਇਆ ਨਹੀਂ ਕਿ ਤੇਰੇ ਗੁੱਸੇ ਦਾ ਪਾਰਾ ਚੜ੍ਹਿਆ ਨਹੀਂ। ਕੁਝ ਵੀ ਹੋਵੇ, ਪਰ ਅੱਜ ਮੈਂ ਆਪਣੇ ਆਪ ਨੂੰ ਬੜਾ ਖੁਸ਼ਨਸੀਬ ਸਮਝ ਰਿਹਾ ਜਦ ਮੇਰਾ ਇੱਕੋ ਇੱਕ ਦੋਸਤ, ਗਵਾਚਿਆ ਹੋਇਆ ਦੋਸਤ, ਮੈਨੂੰ ਫਿਰ ਲੱਭ ਪਿਆ ਹੈ। ਸਾਦਕ, ਮੈਂ ਤੇਰੇ ਸਾਰੇ ਕਸੂਰ ਮਾਫ ਕਰ ਸਕਦਾ ਹਾਂ ਜੇ ਤੂੰ ਇਕਰਾਰ ਕਰੇ ਕਿ ਮੇਥੋਂ ਕਦੇ ਨਹੀਂ ਵਿਛੜੇਗਾ, ਮੇਰੇ ਨਾਲ ਕਦੇ ਗੁੱਸੇ ਨਹੀਂ ਹੋਵੇਗਾ ਤੇ ਅੱਗੇ ਲਈ ਇਹੋ ਜਿਹੀਆਂ ਹਰਕਤਾਂ ਤੋਂ ਬਾਜ਼ ਆਵੇਂਗਾ। ਮੈਂ ਆਪਣੇ ਮਿੱਤਰ ਸਵਾਮੀ ਸੇਵਾਦਾਸ ਦਾ ਤੈਨੂੰ ਜ਼ਰੂਰ ਦਰਸ਼ਨ ਕਰਵਾਵਾਂਗਾ। ਉਹ ਬੜੀ ਉੱਚੀ ਜ਼ਿੰਦਗੀ ਵਾਲਾ ਆਦਮੀ ਹੈ, ਤੂੰ ਉਸ ਨੂੰ ਮਿਲ ਕੇ ਖੁਸ਼ ਹੋਵੇਂਗਾ। ਮੈਂ ਛੇਤੀ ਆਉਣ ਵਾਲਾ ਹਾਂ, ਜੇ ਛੁੱਟੀ ਮਿਲ ਸਕੀ ਤਾਂ ਤੈਨੂੰ ਲਿਖਾਂਗਾ। ਤੇਰਾ ਪ੍ਰੀਤਮ। ਅੰਕ 15ਵਾਂ। ਮਾਂ ਪਾਸ ਜਾ ਕੇ ਪੁਸ਼ਪਾ ਨੇ ਜਦ ਸਾਰੀ ਗੱਲ ਸੁਣੀ, ਉਸਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ। ਉਸਦੀ ਸਲਾਹ ਹੋਈ ਇੱਕ ਵਾਰੀ ਫਿਰ ਸੇਵਾਦਾਸ ਦੇ ਕਮਰੇ ਵਿੱਚ ਜਾਣ ਦੀ, ਪਰ ਹਿਆ ਨਾ ਕਰ ਸਕੀ। ਰਾਤ ਉਸਦੀ ਅੱਧੀ ਤੋਂ ਵਧੇਕ ਸੋਚਾਂ ਵਿੱਚ ਹੀ ਬੀਤੀ। ਸਵੇਰੇ ਜਦੋਂ ਸੇਵਾਦਾਸ ਦੇ ਕਮਰੇ ਵਿੱਚ ਚਾਹ ਲੈ ਕੇ ਗਈ ਤਾਂ ਕਮਰਾ ਖਾਲੀ ਸੀ। ਸੇਵਾਦਾਸ ਦਾ ਅਸਬਾਬ ਵੀ ਨਹੀਂ ਸੀ। ਅਚਾਨਕ ਹੀ ਉਸਦੀ ਨਜ਼ਰ ਇੱਕ ਕਾਗਜ਼ ਦੇ ਪੁਰਜੇ ਤੇ ਪਈ, ਜਿਹੜਾ ਸੇਵਾਦਾਸ ਦੇ ਮੰਜੇ ਉੱਤੇ ਅੱਧਾ ਕੁ ਸਰਹਾਣੇ ਹੇਠੋਂ ਬਾਹਰ ਨਿਕਲਿਆ ਹੋਇਆ ਸੀ। ਪੁਸ਼ਪਾ ਨੇ ਚੁੱਕ ਕੇ ਪੜ੍ਹਿਆ। ਉਸ ਉੱਤੇ ਇੰਨੇ ਹੀ ਅੱਖਰ ਸਨ। ਜਾ ਰਿਹਾ ਹਾਂ, ਸ਼ਾਇਦ ਜ਼ਿੰਦਗੀ ਵਿੱਚ ਕਦੇ ਕਿਸਮਤ ਮੇਲ ਕਰੇ। ਤੁਹਾਡੀ ਸੇਵਾ ਦਾ ਮੁੱਲ ਚੁਕਾਉਣ ਲਈ ਮੈਨੂੰ ਕਈ ਜਨਮ ਲੈਣੇ ਪੈਣਗੇ। ਇੱਕ ਪਰਦੇਸੀ ਨੂੰ ਭੁੱਲ ਜਾਣਾ ਹੀ ਸੁਖਦਾਈ ਹੋ ਸਕਦਾ ਹੈ। ਸੇਵਾਦਾਸ। ਪੜ੍ਹ ਕੇ ਪੁਸ਼ਪਾ ਜਿੱਥੇ ਖੜੀ ਸੀ ਉੱਥੇ ਹੀ ਬੈਠ ਗਈ। ਕਾਗਜ਼ ਉਸਦੇ ਹੱਥ ਵਿੱਚ ਕੰਬ ਰਿਹਾ ਸੀ। ਉਸਦਾ ਚਿੱਤ ਚੋਰ, ਜਿਸਨੂੰ ਮਹਾਤਮਾ ਸੇਵਾਦਾਸ ਨਾ ਕਹਿ ਕੇ ਸੁੰਦਰਦਾਸ ਹੀ ਕਹਿਣਾ ਚਾਹੀਦਾ ਹੈ, ਕਿਉਂ ਇਸ ਕੋਮਲ ਕਿਸ਼ਤੀ ਨੂੰ ਬਿਨਾਂ ਮਲਾਹ ਤੋਂ ਮੰਝਧਾਰ ਵਿੱਚ ਛੱਡ ਗਿਆ। ਇਸ ਨੂੰ ਪੁਸ਼ਪਾ ਨੇ ਸਮਝਿਆ। ਉਹ ਸਮਝ ਗਈ ਕਿ ਕੱਲ ਬਾਪੂ ਹੋਰਾਂ ਜਿਹੜੀ ਗੱਲ ਆਪਣੇ ਵੱਲੋਂ ਖੁਸ਼ਖਬਰੀ ਦੇ ਤੌਰ ਤੇ ਸੁੰਦਰਦਾਸ ਨੂੰ ਸੁਣਾਈ, ਅਸਲ ਵਿੱਚ ਉਹੀ ਵਿਚਾਰੇ ਦੇ ਦਿਲ ਵਿੱਚ ਅਸਹਿ ਚੋਟ ਸੀ। ਇੱਕ ਤਾਂ ਗਰੀਬ ਅੱਗੇ ਹੀ ਕਿਸਮਤ ਦਾ ਸਤਾਇਆ ਹੋਇਆ ਸੀ, ਉੱਤੋਂ ਇਹ ਸਦਮਾ। ਪੁਸ਼ਪਾ ਝਟ ਕੁ ਪਿੱਛੋਂ ਉੱਠੀ। ਕਾਗਜ਼ ਦਾ ਪੁਰਜਾ ਉਸਨੇ ਕਾਪੀ ਵਿੱਚ ਰੱਖਿਆ ਤੇ ਉੱਥੇ ਹੀ ਖੜੋਤੀ ਆਪਣੇ ਭਵਿੱਖ ਸੰਬੰਧੀ ਡੂੰਘੀਆਂ ਸੋਚਾਂ ਵਿੱਚ ਪੈ ਗਈ। ਉਹ ਸੋਚਣ ਲੱਗੀ ਕਿ ਇਹੋ ਜਿਹਾ ਉਸ ਰਾਹ ਜਾਂਦੇ ਮੁਸਾਫਿਰ ਵਿੱਚ ਸੀ। ਕੀ ਇਸ ਦਾ 1000ਵਾਂ ਹਿੱਸਾ ਵੀ ਉਸ ਨੌਜਵਾਨ ਵਿੱਚ ਹੋਵੇਗਾ ਜਿਸ ਨੂੰ ਮੇਰੀ ਮਾਂ ਤੇ ਪਿਓ ਰਾਤੀ ਵੇਖ ਕੇ ਆਏ ਹਨ? ਜੇ ਮੈਂ ਮੰਨ ਵੀ ਲਵਾਂ ਹੋਵੇਗਾ ਤਾਂ ਕਿ ਦੇਸ਼ ਭਗਤੀ ਦੇ ਜਿਹੜੇ ਡੂੰਘੇ ਭਾਵ ਮੇਰੇ ਉਸ ਸਿਦਕ ਪਰਵਾਨੇ ਵਿੱਚ ਹਨ, ਕੁਦਰਤ ਨੇ ਕਿਸੇ ਹੋਰ ਨੂੰ ਬਖਸ਼ੇ ਹੋਣਗੇ? ਤੇ ਕੀ ਮੈਂ ਉਸਨੂੰ ਜਿਸਨੇ ਮੇਰੇ ਨਾਲ ਜੰਗਲ ਗਏ ਨਾ ਬੌੜੇ, ਜੋਗੀ ਕਿਸਕੇ ਮੀਤ ਵਾਲਾ ਹਾਲ ਕੀਤਾ ਹੈ, ਦਿਲੋਂ ਕੱਢ ਸਕਾਂਗੀ? ਭਲਾ ਜੇ ਉਸ ਵਰਗੇ ਸਾਰੇ ਗੁਣ ਹੀ ਕਿਸੇ ਵਿੱਚ ਹੋਣ ਤਾਂ ਵੀ ਕੀ ਮੈਂ ਕਿਸੇ ਨੂੰ ਦਿਲ ਵਿੱਚ ਥਾਂ ਦੇ ਸਕਦੀ ਹਾਂ? ਫਿਰ ਪੁਸ਼ਪਾ ਨੂੰ ਇੱਕ ਹੋਰ ਗੱਲ ਦਾ ਖਿਆਲ ਆਇਆ। ਵੀਰਾ ਜੀ ਆਖ ਗਏ ਸਨ ਕਿ ਇਸ ਦੀ ਸੇਵਾ ਟਹਿਲ ਦੀ ਸਾਰੀ ਜ਼ਿੰਮੇਵਾਰੀ ਤੂੰ ਆਪਣੇ ਉੱਤੇ ਸਮਝੀ, ਪਰ ਜਦ ਵੀਰਾ ਜੀ ਨੂੰ ਪਤਾ ਲੱਗੇਗਾ ਤਾਂ ਉਹ ਕੀ ਕਹਿਣਗੇ? ਇਹੋ ਕਿ ਇਸ ਬੇਸਮਝ ਕੁੜੀ ਪਾਸੋਂ ਅਤਿਥੀ ਪੂਰਾ ਆਦਰ ਸਤਿਕਾਰ ਨਾ ਹੋ ਸਕਿਆ, ਤਾਂਹੀਓ ਉਹ ਚਲਾ ਗਿਆ। ਕੀ ਮੈਂ ਵੀਰਾ ਜੀ ਨੂੰ ਲਿਖਾਂ? ਪਰ ਕੀ ਲਿਖਾਂ? ਕੇਵਲ ਇਹੋ ਕਿ ਉਹ ਚਲਾ ਗਿਆ ਤੇ ਬਾਕੀ ਨਹੀਂ, ਹੋਰ ਕੁਝ ਵੀ ਨਹੀਂ, ਕੇਵਲ ਇੰਨਾ ਹੀ। ਪੁਸ਼ਪਾ ਨੇ ਇੱਕ ਸਿਆਣਪ ਕੀਤੀ ਤੇ ਉਹ ਇਹ ਕਿ ਉਹਨੇ ਮਾਂ ਪਿਓ ਨੂੰ ਤੌਖਲੇ ਵਿੱਚ ਪੈਣੋਂ ਬਚਾ ਲਿਆ, ਅਰਥਾਤ ਉਹਨਾਂ ਅੱਗੇ ਉਸਨੇ ਸੁੰਦਰਦਾਸ ਦੇ ਇਸ ਤਰ੍ਹਾਂ ਚਲੇ ਜਾਣ ਜਾਂ ਚਿੱਠੀ ਛੱਡ ਜਾਣ ਦਾ ਕੋਈ ਜ਼ਿਕਰ ਨਾ ਕੀਤਾ। ਕੇਵਲ ਇੰਨਾ ਹੀ ਦੱਸਿਆ ਕਿ ਉਹ ਕਿਸੇ ਜ਼ਰੂਰੀ ਕੰਮ ਲਈ ਗਿਆ ਹੈ। ਗੱਡੀ ਦਾ ਵਕਤ ਤੰਗ ਹੋਣ ਕਰਕੇ ਜਾਂਦਾ ਹੋਇਆ ਮੇਥੋਂ ਛੁੱਟ ਕਿਸੇ ਹੋਰ ਨੂੰ ਮਿਲ ਨਹੀਂ ਸਕਿਆ। ਪੁਸ਼ਪਾ ਦੇ ਮਾਪਿਓ ਨੂੰ ਸੁਣ ਕੇ ਹੈਰਾਨੀ ਨਹੀਂ ਹੋਈ। ਅੰਕ 16ਵਾਂ। ਪੁਸ਼ਪਾ, ਰਾਤੀ ਮੈਂ ਤੈਨੂੰ ਕਿਹਾ ਨਹੀਂ ਸੀ ਕਿ ਕੱਲ ਸਾਡੇ ਘਰ ਇੱਕ ਪ੍ਰਾਹੁਣਾ ਆਉਣਾ ਏ ਤੇ ਹਜੇ ਤੱਕ ਇੱਥੇ ਹੀ ਮੂੰਹ ਲਟਕਾਈ ਬੈਠੀ ਏ। ਚੱਲ ਕੇ ਕੱਪੜੇ ਬਦਲ। ਮਾਂ ਨੇ ਆਉਂਦਿਆਂ ਹੀ ਹਨੋਰੇ ਨਾਲ ਪੁਸ਼ਪਾ ਨੂੰ ਕਿਹਾ। ਪੁਸ਼ਪਾ ਕੁਝ ਨਾ ਬੋਲੀ ਤੇ ਗੁੱਸੇ ਨਾਲ ਉੱਠ ਕੇ ਦੂਸਰੇ ਕਮਰੇ ਵਿੱਚ ਚਲੀ ਗਈ। ਸਾਰੇ ਘਰ ਵਿੱਚ ਅੱਜ ਉਚੇਚੇ ਤੌਰ ਤੇ ਸਫਾਈ ਕੀਤੀ ਗਈ ਸੀ। ਰਸੋਈ ਵਿੱਚੋਂ ਕਈ ਤਰ੍ਹਾਂ ਦੇ ਨਫੀਸ ਤੜਕਿਆਂ ਦੀ ਵਾਸ਼ਨਾ ਆ ਰਹੀ ਸੀ।
ਮੁਨਸ਼ੀ ਹੋਰਾਂ ਦਾ ਆਪਣਾ ਰਸੋਈਆ ਤਾਂ ਹੈ ਸੀ। ਉਹਨਾਂ ਨੇ ਆਪਣੀ ਸ਼ਾਨ ਅੱਜ ਖਾਸ ਤੌਰ ਤੇ ਵਿਖਾਣੀ ਸੀ, ਇਸ ਲਈ 2 ਨੌਕਰ ਆਪਣੇ ਗੁਆਂਢੀਆਂ ਦੇ ਵੀ ਸੱਦ ਲਏ। ਮਾਂ ਨੇ ਟਰੰਕ ਖੋਲ੍ਹ ਕੇ ਪੁਸ਼ਪਾ ਲਈ ਸਭ ਤੋਂ ਵਧੀਆ ਸਾੜੀ ਜੈਂਪਰ ਕੱਢ ਕੇ ਉਸਦੇ ਹਵਾਲੇ ਕੀਤੇ, ਨਾਲ ਹੀ ਜੜਾਊ ਨੈਕਲੈਸ, ਵੰਗਾਂ, ਚੂੜੀਆਂ, ਕਾਂਟੇ, ਕਲਿੱਪ ਤੇ ਹੋਰ ਕਿੰਨੇ ਹੀ ਗਹਿਣੇ। ਪੁਸ਼ਪਾ ਬੋਲੀ, ਮਾਂ ਜੀ, ਇਹ ਇਤਨਾ ਕੁਝ ਕਾਹਦੇ ਲਈ ਕੱਢ ਲਿਆਂਦਾ ਜੇ? ਕਿਤੇ ਵਿਆਹ ਜਾਣਾ ਏ ਮੈਂ ਪਾ ਕੇ? ਮਾਂ ਹੱਸ ਕੇ ਬੋਲੀ, ਪੁੱਤਰ, ਵਿਆਹ ਨਹੀਂ ਜਾਣਾ, ਪਰ ਵਿਆਹ ਕਰਾਣਾ ਤੇ ਹੈ ਨਾ ਤੂੰ। ਥੋੜੀ ਦੇਰ ਵਿੱਚ ਪ੍ਰਾਹੁਣਾਚਾਰੀ ਦਾ ਕੰਮ ਟਿਚਨ ਹੋ ਗਿਆ। ਰਸੋਈ ਵੀ ਲਗਭਗ ਤਿਆਰ ਹੋ ਗਈ। ਮੁਨਸ਼ੀ ਹੋਰੀ ਕਮਰੇ ਵਿੱਚ ਬੈਠੇ ਬੇਸਬਰੀ ਨਾਲ ਪ੍ਰਾਹੁਣੇ ਦੀ ਉਡੀਕ ਕਰ ਰਹੇ ਸਨ ਤੇ ਘੜੀ ਮੁੜੀ ਬਾਰੀ ਵਿੱਚੋਂ ਸਿਰ ਕੱਢ ਕੇ ਵੇਖਦੇ ਸਨ ਕਿ ਕੋਈ ਕਾਰ ਇਸ ਪਾਸੇ ਆ ਰਹੀ ਹੈ ਕਿ ਨਹੀਂ। ਪਰ ਹਰ ਵਾਰ ਉਹਨਾਂ ਨੂੰ ਨਿਰਾਸ਼ਤਾ ਹੀ ਹੋਈ। ਵਕਤ 11 ਵਜੇ ਦਾ ਦਿੱਤਾ ਹੋਇਆ ਸੀ। 11 ਦੇ 12 ਹੋ ਗਏ ਤੇ 12 ਤੋਂ ਬਾਅਦ 1, ਪਰ ਕਿਸੇ ਦੇ ਆਉਣ ਦਾ ਕੋਈ ਚਿੰਨ੍ਹ ਦਿਖਾਈ ਨਾ ਦਿੱਤਾ। ਸਭ ਨੂੰ ਖੁਤਖੁਤੀ ਲੱਗੀ ਹੋਈ ਸੀ। ਪੁਸ਼ਪਾ ਨੂੰ ਮਾਂ ਨੇ 10:30 ਵਜੇ ਤੋਂ ਹੀ ਬਨਾਸ ਜਾ ਕੇ ਕਮਰੇ ਵਿੱਚ ਬਿਠਾਇਆ ਹੋਇਆ ਸੀ। ਉਸ ਦਾ ਦਿਲ ਧੜਕ ਰਿਹਾ ਸੀ ਕਿ ਖਬਰੇ ਮੇਰੇ ਨਾਲ ਕੀ ਵਾਪਰੇਗੀ, ਅਣਜਾਣੇ ਮਨੁੱਖ ਨਾਲ, ਤੇ ਖਾਸ ਕਰਕੇ ਉਸ ਨਾਲ ਜਿਹੜਾ ਕੇਵਲ ਮੈਨੂੰ ਪਸੰਦ ਕਰਨ ਦੇ ਇਰਾਦੇ ਨਾਲ ਆ ਰਿਹਾ ਹੈ। ਕਿ ਮੈਂ ਚੰਗੀ ਤਰ੍ਹਾਂ ਬੋਲ ਚੱਲ ਸਕਾਂਗੀ? ਕੁਝ ਚਿਰ ਦੀ ਘਬਰਾਹਟ ਤੋਂ ਬਾਅਦ ਪੁਸ਼ਪਾ ਨੇ ਆਪਣੇ ਆਪ ਨੂੰ ਧੀਰਜ ਤੇ ਹੌਸਲਾ ਬਣਾਉਣਾ ਸ਼ੁਰੂ ਕੀਤਾ। ਸੋਚਣ ਲੱਗੀ, ਉਹ ਕੋਈ ਬਘਿਆੜ ਤਾਂ ਨਹੀਂ ਹੋਣਾ ਜਿਹੜਾ ਆਉਂਦਾ ਹੀ ਮੈਨੂੰ ਮੂੰਹ ਵਿੱਚ ਪਾ ਲਵੇਗਾ। ਆਖਿਰ ਤਾਂ ਆਦਮੀ ਹੀ ਹੋਵੇਗਾ, ਕੋਈ ਡਰ ਨਹੀਂ। ਮੈਂ ਹਰ ਤਰ੍ਹਾਂ ਦੀ ਗੱਲ-ਕਥ ਵਿੱਚ ਉਸ ਨਾਲ ਪੂਰੀ ਉਤਰਾਂਗੀ। ਮੇਰਾ ਪੜ੍ਹਿਆ ਗੁੜਿਆ ਕਿਸ ਕੰਮ ਜੇ? ਮੇਰੇ ਵਿੱਚ ਇੰਨੀ ਕਾਬਲੀਅਤ ਨਹੀਂ ਕਿ ਇੱਕ ਓਪਰੇ ਆਦਮੀ ਨਾਲ 2 ਘੜੀਆਂ ਗੱਲਾਂ ਕਰ ਸਕਾਂ ਜਾਂ ਉਸ ਸਾਹਮਣੇ ਜੁਗਤ ਨਾਲ ਬੈਠ ਸਕਾਂ। ਕੀ ਹੋਇਆ ਜੇ ਉਹ ਵਿਹਾਜੂ ਹੈਸੀਅਤ ਵਿੱਚ ਆ ਰਿਹਾ ਹੈ? ਪੁਸ਼ਪਾ ਲਈ ਇਹ ਵੀ ਇੱਕ ਤਰ੍ਹਾਂ ਨਾਲ ਚੰਗਾ ਹੀ ਹੋਇਆ ਕਿ ਪ੍ਰਾਹੁਣੇ ਨੇ ਇੰਨੀ ਦੇਰ ਕਰ ਦਿੱਤੀ। ਇੰਨੇ ਚਿਰ ਵਿੱਚ ਉਸਨੇ ਆਉਣ ਵਾਲੀ ਮੁਹਿੰਮ ਦਾ ਟਾਕਰਾ ਕਰਨ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਤਿਆਰ ਕਰ ਲਿਆ ਸੀ। ਅੰਤ ਕਿਤੇ 1:30 ਵਜੇ ਰੱਬ ਨੇ ਘਰ ਵਾਲਿਆਂ ਦੀ ਸੁਣੀ। ਇੱਕ ਕਾਰ ਬੂਹੇ ਅੱਗੇ ਆ ਕੇ ਰੁਕੀ। ਅੰਦਰੋਂ ਇੱਕ ਅਪ ਟੂ ਡੇਟ ਜੈਂਟਲਮੈਨ ਬਾਹਰ ਨਿਕਲਿਆ। ਮਾਲੂਮ ਹੁੰਦਾ ਸੀ ਇਹ 2.5 ਘੰਟਿਆਂ ਦਾ ਵਕਤ ਉਸਨੇ ਆਪਣੇ ਰੂਪ ਅਨੂਪ ਨੂੰ ਸ਼ਿੰਗਾਰਨ ਵਿੱਚ ਹੀ ਖਰਚ ਕੀਤਾ ਹੋਵੇਗਾ। ਸਰਦਾਰ ਹੋਰਾਂ ਦੇ ਸਰੀਰ ਦੀ ਲੰਬਾਈ ਬਹੁਤੀ ਤਾਂ ਨਹੀਂ, ਪਰ ਇੰਨੀ ਕੁ ਹੈ ਸੀ ਕਿ ਖੜੋਤੇ ਊਠ ਦੀ ਪਿੱਠ ਤੇ ਹੱਥ ਫੇਰ ਸਕਣ, ਪਰ ਮੋਟਾਈ ਵਜੋਂ ਮਜਨੂ ਦੀ ਮਾਂ ਦੇ ਪੁੱਤਰ ਮਾਲੂਮ ਹੁੰਦੇ ਸਨ। ਚਿਹਰਾ ਕੁਝ ਲੰਬੂਦਰਾ ਸੀ, ਜਿਸ ਉੱਤੇ ਪਟਿਆਲਾ ਫੈਸ਼ਨ ਦੀ ਬੰਨੀ ਹੋਈ ਦਾੜੀ ਤੇ ਉਸ ਤੋਂ ਉੱਪਰਲੀ ਮੰਜ਼ਲੇ ਲੰਬੀ ਬੂਥ ਵਾਲੀ ਪੱਗ ਵੇਖ ਕੇ ਤਾਂ ਖਿਆਲ ਪੈਂਦਾ ਸੀ ਕਿ ਅਮੀਰ ਬਣਨ ਲਈ ਜੇ ਸੱਚਮੁੱਚ ਇਤਨੀ ਕਰੜੀ ਮਿਹਨਤ ਕਰਨੀ ਪੈਂਦੀ ਤਾਂ ਫਿਰ ਮਜ਼ਦੂਰ ਤੇ ਅਮੀਰ ਵਿੱਚ ਕੀ ਫਰਕ ਹੋਇਆ। ਸਰਦਾਰ ਹੋਰਾਂ ਦੇ ਸਵਾਗਤ ਲਈ ਮੁਨਸ਼ੀ ਹੋਰੀ ਪਤਨੀ ਸਮੇਤ ਹੇਠਾਂ ਆਏ ਤੇ ਬੜੇ ਆਦਰ ਨਾਲ ਆਪ ਜੀ ਨੂੰ ਉੱਪਰ ਲੈ ਜਾ ਕੇ ਕਮਰੇ ਵਿੱਚ ਬਿਠਾਇਆ। ਨਾਲ ਦੇ ਕਮਰੇ ਵਿੱਚ ਪੁਸ਼ਪਾ ਬੈਠੀ ਸੀ। ਉਸਨੇ ਵੀ ਬੂਟਾਂ ਦੀ ਆਵਾਜ਼ ਤੋਂ ਸਮਝ ਲਿਆ ਕਿ ਜਿਨ੍ਹਾਂ ਦੀ ਉਡੀਕ ਸੀ ਉਹ ਆ ਗਏ। ਉਹ ਕੰਧ ਨਾਲ ਕੰਨ ਲਾ ਕੇ ਸੁਣਨ ਲੱਗੀ, ਜੋ ਕਿ ਕੁਝ ਗੱਲਾਂ ਬਾਤਾਂ ਹੁੰਦੀਆਂ ਹਨ। ਮੁਨਸ਼ੀ ਹੋਰਾਂ ਦਾ ਆਦਰ ਭਰਿਆ ਇਸ਼ਾਰਾ ਪਾ ਕੇ ਸਰਦਾਰ ਹੋਰੀ ਮੇਜ਼ ਦੇ ਅੱਗੇ ਰੱਖੀ ਹੋਈ ਸਪੈਸ਼ਲ ਕੁਰਸੀ ਤੇ ਬੈਠ ਗਏ ਤੇ ਸਾਹਮਣੇ ਉੱਤੇ ਖੁਦ ਮੁਨਸ਼ੀ ਹੋਰੀ। ਸੁੱਖ ਸਾਂਦ ਪੁੱਛਣ ਤੋਂ ਬਾਅਦ ਮੁਨਸ਼ੀ ਹੋਰੀ ਕਹਿਣ ਲੱਗੇ, ਮਾਲੂਮ ਹੁੰਦਾ ਏ ਕੋਈ ਜ਼ਰੂਰੀ ਕੰਮ ਪੈ ਗਿਆ ਹੋਵੇਗਾ। ਵਕਤ ਤੇ ਤੁਸੀਂ 11 ਦਾ ਦਿੱਤਾ ਸੀ। ਜੀ ਹਾਂ, ਮੈਨੂੰ ਇੱਕ ਜ਼ਰੂਰੀ ਕੰਮ ਪੈ ਗਿਆ ਸੀ। ਇੰਨਾ ਹੀ ਕਹਿ ਕੇ ਸਰਦਾਰ ਹੋਰਾਂ ਗੱਲ ਮੁਕਾ ਦਿੱਤੀ। ਉਧਰ ਪੁਸ਼ਪਾ ਨੂੰ ਪ੍ਰਾਹੁਣੇ ਦੀ ਪਹਿਲੀ ਗੱਲ ਸੁਣਨ ਤੋਂ ਬਾਅਦ ਕੰਧ ਨਾਲ ਕੰਨ ਲਾਉਣ ਦੀ ਲੋੜ ਨਾ ਰਹੀ। ਪ੍ਰਾਹੁਣੇ ਦੀ ਆਵਾਜ਼ ਇੱਕ ਮਾੜੇ ਮੋਟੇ ਲਾਊਡ ਸਪੀਕਰ ਨਾਲੋਂ ਘੱਟ ਨਹੀਂ ਸੀ। ਨਾਲ ਹੀ ਕੁਝ ਇਸ ਤਰ੍ਹਾਂ ਦੀ ਭੱਦੀ ਤੇ ਬੇਸੁਰੀ ਉਪਮਾ ਦੇਣ ਲਈ ਪਾਟੇ ਹੋਏ ਢੋਲ ਤੇ ਬਿਨਾਂ ਕੋਈ ਫਬਮੀ ਚੀਜ਼ ਨਹੀਂ ਲੱਭਦੀ। ਰੋਟੀ ਦੇ 2 ਥਾਲ ਆ ਗਏ, ਇੱਕ ਮਹਿਮਾਨ ਲਈ ਤੇ ਇੱਕ ਮੇਜ਼ਬਾਨ ਲਈ, ਤੇ ਖਾਧੇ ਜਾਣ ਲੱਗੇ। ਪੁਸ਼ਪਾ ਭਾਵੇਂ ਪ੍ਰਾਹੁਣੇ ਦਾ ਖਾਣ ਢੰਗ ਡਿੱਠਾ ਨਹੀਂ, ਪਰ ਸੁਣ ਚੰਗੀ ਤਰ੍ਹਾਂ ਰਹੀ ਸੀ, ਕਿਉਂਕਿ ਉਸਦੇ ਕਮਰੇ ਦਾ ਕੋਈ ਬੰਦਾ ਇਸ ਤਰ੍ਹਾਂ ਪਚਾਕੇ ਮਾਰ ਕੇ ਰੋਟੀ ਖਾਣ ਦਾ ਆਦੀ ਨਹੀਂ ਸੀ। ਅੰਤ ਕਿਸੇ ਤਰ੍ਹਾਂ ਪਹਿਲੀ ਮੁਹਿੰਮ ਫਤਿਹ ਹੋਈ। ਪ੍ਰਾਹੁਣੇ ਹੋਰੀ ਰੋਟੀ ਖਾਣ ਵੱਲੋਂ ਵਿਹਲੇ ਹੋਏ। ਹੁਣ ਬਾਕੀ ਰਹਿ ਗਈ ਦੂਜੀ ਤੇ ਏਦੋਂ ਵੱਡੀ, ਅਰਥਾਤ ਪੁਸ਼ਪਾ ਨਾਲ ਜਾਣ ਪਛਾਣ ਦੀ। ਇਹ ਕੰਮ ਮੁਨਸ਼ੀ ਹੋਰਾਂ ਪੁਸ਼ਪਾ ਦੀ ਮਾਂ ਦੇ ਜਿੰਮੇ ਲਾਇਆ ਹੋਇਆ ਸੀ। ਸੋ ਰੋਟੀ ਤੋਂ ਬਾਅਦ ਉਹ ਪ੍ਰਾਹੁਣੇ ਨੂੰ ਕਾਊਚ ਉੱਤੇ ਬਿਠਾ ਕੇ ਆਪ ਇਹ ਕਹਿ ਕੇ ਮੈਂ ਹੁਣੇ ਹਾਜ਼ਰ ਹੁੰਦਾ ਹਾਂ ਘਰੋਂ ਬਾਹਰ ਚਲੇ ਗਏ। ਉਧਰ ਮਾਂ ਪੁਸ਼ਪਾ ਦੇ ਕਮਰੇ ਵਿੱਚ ਜਾ ਕੇ ਬੋਲੀ, ਪੁੱਤਰ ਤੂੰ ਇੱਥੇ ਹੀ ਬੈਠੀ ਰਹਿਣਾ ਏ, ਚੱਲ ਜਰਾ ਨਾਲ ਦੇ ਕਮਰੇ ਵਿੱਚ ਚੱਲ ਕੇ ਬੈਠ।
ਕੋਈ ਡਰ ਨਹੀਂ, ਸਰਦਾਰ ਹੋਰੀ ਕੋਈ ਬੇਗਾਨੇ ਤੇ ਨਹੀਂ। ਮਾਂ ਦੇ ਪਿੱਛੇ ਪਿੱਛੇ ਉਹ ਕਮਰੇ ਵਿੱਚ ਪੁੱਜੀ ਤੇ ਹੱਥ ਜੋੜ ਕੇ ਉਸਨੇ ਸਹਿਜ ਨਾਲ ਪ੍ਰਾਹੁਣੇ ਨੂੰ ਸਤਿ ਸ਼੍ਰੀ ਅਕਾਲ ਬੁਲਾਈ। ਸਤਿ ਸ਼੍ਰੀ ਅਕਾਲ ਬੁਲਾਉਣ ਦੇ ਬਾਅਦ ਸਰਦਾਰ ਹੋਰਾਂ ਦੀਆਂ ਅੱਖਾਂ ਜਿਹੜੀਆਂ ਲੋੜ ਤੋਂ ਵਧੇਕ ਸੁਰਮੇ ਨਾਲ ਰੰਗੀਆਂ ਹੋਈਆਂ ਸਨ, ਪੁਸ਼ਪਾ ਦੇ ਚਿਹਰੇ ਉੱਤੇ ਗੱਡੀਆਂ ਗਈਆਂ। ਉੱਤਰ ਇਤਨੀ ਉਹਨਾਂ ਹੌਲੀ ਦਿੱਤਾ ਕਿ ਖਬਰੇ ਉਹਨਾਂ ਦੀ ਜ਼ੁਬਾਨ ਦੀ ਸਾਰੀ ਤਾਕਤ ਅੱਖਾਂ ਵਿੱਚ ਚਲੀ ਗਈ ਸੀ। ਪੁਸ਼ਪਾ ਨੇ ਇੱਕੋ ਵਾਰੀ ਇਸ ਅਜੀਬ ਚਿਹਰੇ ਨੂੰ ਤੇ ਇਹਨਾਂ ਹਾਬੜੀਆਂ ਅੱਖਾਂ ਨੂੰ ਵੇਖਿਆ ਤੇ ਉਸਨੇ ਮੂੰਹ ਨੀਵਾਂ ਕਰ ਲਿਆ। ਬੁੱਲ੍ਹਾਂ ਵਿੱਚੋਂ ਨਿਕਲ ਚੱਲੇ ਹਾਸੇ ਨੂੰ ਉਸ ਇੱਕ ਵਾਰੀ ਤਾਂ ਰੋਕ ਲਿਆ, ਪਰ ਜਿੰਨਾ ਚਿਰ ਇੱਥੇ ਬਹਿਣਾ ਹੈ ਇਹ ਰੁਕਿਆ ਰਹੇਗਾ, ਇਸ ਵਿੱਚ ਉਹਨੂੰ ਸ਼ੱਕ ਸੀ। ਪ੍ਰਾਹੁਣੇ ਨੂੰ ਵੇਖਦਿਆਂ ਹੀ ਪੁਸ਼ਪਾ ਦਾ ਸਹਿਮ ਦੂਰ ਹੋ ਗਿਆ। ਉਸਦਾ ਖਿਆਲ ਸੀ ਖਬਰੇ ਕਿੱਡੇ ਕੁ ਦਾਨੇ ਬੀਨੇ ਆਦਮੀ ਨਾਲ ਉਸਦਾ ਵਾਹ ਪੈਣਾ ਏ, ਪਰ ਇੱਥੇ ਤਾਂ ਉਸਨੇ ਵੇਖਿਆ ਨਿਰਾ ਪੂਰਾ ਬਿਲਬ ਤੋਰੂ। ਇੱਥੋਂ ਤੱਕ ਕਿ ਉਸਨੂੰ ਵੇਖ ਕੇ ਬਦੋ ਬਦੀ ਉਸ ਨਾਲ ਗੱਲਾਂ ਕਰਨ ਨੂੰ ਉਹਦਾ ਦਿਲ ਕਰ ਆਇਆ। ਮਾਂ ਤਾਂ ਉਸਨੂੰ ਬਿਠਾ ਕੇ ਬਾਹਰ ਚਲੀ ਗਈ ਤੇ ਪੁਸ਼ਪਾ ਨਾਲ ਦੀ ਲੱਗਦੀ ਕੁਰਸੀ ਤੇ ਬੈਠ ਕੇ ਉਡੀਕ ਕਰਨ ਲੱਗੀ ਕਿ ਕਦੋਂ ਗੱਲਾਂ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ। ਸਰਦਾਰ ਹੋਰੀ ਕਿੰਨਾ ਹੀ ਚਿਰ ਘੁੱਗੂ ਬਣੇ ਪੁਸ਼ਪਾ ਦੇ ਮੂੰਹ ਵੱਲ ਤੱਕਦੇ ਰਹੇ। ਕਾਊਚ ਉੱਤੇ ਲੱਤਾਂ ਪਸਾਰੀ ਕਦੇ ਬੂਟ ਠਕੋਰਦੇ, ਕਦੇ ਸੀਟੀ ਵਜਾਉਣ ਲੱਗ ਪੈਂਦੇ, ਕਦੇ ਮੁੱਛਾਂ ਦੀਆਂ ਚੁੰਝਾਂ ਨੂੰ ਪੋਟਿਆਂ ਨਾਲ ਮਜ਼ਬੂਤ ਕਰਨ ਲੱਗਦੇ। ਸਰਦਾਰ ਸੋਹਣ ਸਿੰਘ ਹੁਰੀ ਭਾਵੇਂ ਗੱਲਾਂ ਕਥਾ ਕਰਨ ਅਤੇ ਵਾਕਫੀ ਪੈਦਾ ਕਰਨ ਦੇ ਹੁਨਰ ਤੋਂ ਅਣਜਾਣ ਨਹੀਂ ਸਨ, ਪਰ ਆਉਣ ਲੱਗਿਆ ਉਹਨਾਂ ਨੂੰ ਕਿਸੇ ਪ੍ਰੇਮ ਪਾਰਖੂ ਦੋਸਤ ਨੇ ਇਹ ਗੱਲ ਚੰਗੀ ਤਰ੍ਹਾਂ ਸੁਝਾ ਦਿੱਤੀ ਸੀ ਕਿ ਬਣਨ ਵਾਲੀ ਦੁਲਹਨ ਦੀ ਪਹਿਲੀ ਮੁਲਾਕਾਤ ਵਿੱਚ ਆਦਮੀ ਜਿੰਨੀ ਆਪਣੀ ਲਾਪਰਵਾਹੀ ਦਾ ਰੋਪ ਜਮਾਵੇ, ਓਨੀ ਛੇਤੀ ਦੁਲਹਨ ਉਸ ਉੱਤੇ ਫਿਦਾ ਹੁੰਦੀ ਹੈ। ਸੋ ਇਸ ਨਵ ਸਿੱਖੇ ਹੁਨਰ ਅਨੁਸਾਰ ਸੋਹਣ ਸਿੰਘ ਨੇ ਆਪਣੇ ਆਪ ਨੂੰ ਖੂਬ ਘੁੱਟ ਕੇ ਰੱਖਿਆ। ਉਹ ਉਡੀਕ ਵਿੱਚ ਸੀ ਕਿ ਉਸਦੀ ਸ਼ਾਨ ਦਾ ਅਸਰ ਕਿੰਨੀ ਕੁ ਛੇਤੀ ਪੁਸ਼ਪਾ ਉੱਤੇ ਹੁੰਦਾ ਹੈ ਤੇ ਕਿਹੜੇ ਵੇਲੇ ਪੁਸ਼ਪਾ ਆਪਣੇ ਪ੍ਰੇਮ ਦਾ ਪ੍ਰਸਤਾਵ ਉਸ ਅੱਗੇ ਰੱਖਦੀ ਹੈ। ਪਰ ਜਦ ਚੋਖਾ ਚਿਰ ਉਡੀਕਣ ਤੇ ਵੀ ਉਸਦੀ ਉਮੀਦ ਸਫਲ ਨਾ ਹੋਈ ਤਾਂ ਉਹ ਖਿਆਲ ਕਰਨ ਲੱਗਾ ਪੁਸ਼ਪਾ ਸ਼ਾਇਦ ਪ੍ਰੇਮ ਦੇ ਪੰਧ ਤੋਂ ਬਿਲਕੁਲ ਅਣਜਾਣ ਹੈ ਤੇ ਜਾਂ ਇਤਨੀ ਉਹਦੇ ਰੋਬ ਵਿੱਚ ਆ ਗਈ ਹੈ ਕਿ ਆਪਣੇ ਪ੍ਰੇਮ ਨੂੰ ਪ੍ਰਗਟ ਕਰਨੋਂ ਸੰਗਦੀ ਹੈ। ਸੋਹਣ ਸਿੰਘ ਸਲਾਹ ਕਰਕੇ ਆਇਆ ਸੀ ਕਿ ਜਾਂਦਿਆਂ ਹੀ ਪੁਸ਼ਪਾ ਉੱਤੇ ਆਪਣੀ ਸ਼ਾਨ ਦਾ ਸਿੱਕਾ ਬਿਠਾ ਲਵੇਗਾ, ਪਰ ਉਸਨੂੰ ਹਾਲਤ ਕੁਝ ਇਸ ਤੋਂ ਉਲਟ ਜਾਪੀ। ਪੁਸ਼ਪਾ ਦੇ ਚਿਹਰੇ ਉੱਤੇ ਉਸਨੂੰ ਕੋਈ ਸ਼ਾਹਾਨਾ ਜਿਹਾ ਰੋਬ ਚਮਕਦਾ ਦਿਸਿਆ। ਉਹ ਜੋ ਕੁਝ ਕਹਿਣ ਲਈ ਸੋਚਦਾ ਆਇਆ ਸੀ ਲਗਭਗ ਭੁੱਲ ਗਿਆ। ਗੱਲ ਦਾ ਸਿਲਸਿਲਾ ਕਿਸ ਤਰ੍ਹਾਂ ਸ਼ੁਰੂ ਕਰੇ, ਇਹੋ ਸੋਚਣ ਵਿੱਚ ਉਸਨੇ ਕਈ ਮਿੰਟ ਲਾ ਦਿੱਤੇ। ਹੁਣ ਉਸਦੀਆਂ ਅੱਖਾਂ ਪੁਸ਼ਪਾ ਦੇ ਚਿਹਰੇ ਉੱਤੇ ਨਹੀਂ ਸਨ। ਪਹਿਲੀ ਤੱਕਣੀ ਤੋਂ ਬਾਅਦ ਉਸਦੀ ਨਜ਼ਰ ਨੀਵੀਂ ਹੋ ਗਈ। ਅਖੀਰ ਆਪਣੇ ਆਪ ਨੂੰ ਸੰਭਾਲਦਾ ਹੋਇਆ ਉਹ ਬੋਲਿਆ, ਮੈਨੂੰ ਬੜੀ ਖੁਸ਼ੀ ਹੋਈ ਹੈ ਦਰਸ਼ਨ ਕਰਕੇ। ਤੁਹਾਡਾ ਸ਼ੁਭ ਨਾਮ? ਪੁਸ਼ਪਾ ਨੇ ਸ਼ੁਕਰ ਕੀਤਾ ਜੋ ਕਿਤੇ ਜ਼ੁਬਾਨ ਦਾ ਜੰਦਰਾ ਟੁੱਟਿਆ ਤਾਂ ਸਹੀ। ਸੋਹਣ ਸਿੰਘ ਇਸ ਤਰ੍ਹਾਂ ਬੌਂਦਲਿਆ ਤੇ ਥਥਿਆ ਕੇ ਬੋਲਦਾ ਵੇਖ ਕੇ ਉਸਦਾ ਰੋਕਿਆ ਹੋਇਆ ਹਾਸਾ ਇੱਕ ਵਾਰੀ ਫਿਰ ਨਿਕਲ ਚੱਲਿਆ, ਪਰ ਉਸਨੇ ਉਹਨੂੰ ਮੁਸਕਰਾਹਟ ਵਿੱਚ ਬਦਲ ਕੇ ਉੱਤਰ ਦਿੱਤਾ, ਤੇ ਮੈਨੂੰ ਵੀ, ਮੇਰਾ ਨਾਂ ਪੁਸ਼ਪਾਵਤੀ ਹੈ। ਪੁਸ਼ਪਾ ਦਾ ਨਾਂ ਉਸਨੂੰ ਭੁੱਲਿਆ ਹੋਇਆ ਨਹੀਂ ਸੀ, ਪਰ ਉਹ ਆਪਣੇ ਆਪ ਨੂੰ ਬਿਲਕੁਲ ਓਪਰਾ ਪ੍ਰਗਟ ਕਰਨਾ ਚਾਹੁੰਦਾ ਸੀ। ਸੋਹਣ ਸਿੰਘ ਇਸ ਮੁਸਕਰਾਹਟ ਉੱਤੇ ਪਸੀਜ ਉੱਠਿਆ। ਉਸਨੂੰ ਨਿਸ਼ਚਾ ਹੋ ਗਿਆ ਕਿ ਪੁਸ਼ਪਾ ਪਹਿਲੀ ਨਜ਼ਰੇ ਹੀ ਉਸ ਉੱਤੇ ਮੋਹੀ ਗਈ ਹੈ। ਆਪਣੇ ਦੋਸਤਾਂ ਦੀਆਂ ਮੱਤਾਂ ਉਸਨੂੰ ਤਜਰਬੇ ਭਰੀਆਂ ਜਾਪੀਆਂ। ਉਹ ਫਿਰ ਅੱਗੇ ਵਾਂਗ ਹੀ ਆਪਣੇ ਚਿਹਰੇ ਨੂੰ ਰੋਬੀਲਾ ਤੇ ਲਾਪਰਵਾਹ ਜਿਹੇ ਢੰਗ ਵਿੱਚ ਪ੍ਰਗਟ ਕਰਦਾ ਹੋਇਆ ਬੋਲਿਆ, ਮੈਨੂੰ ਕਈ ਵਾਰੀ ਤੁਹਾਨੂੰ ਮਿਲਣ ਦਾ ਖਿਆਲ ਆਇਆ, ਪਰ ਕਾਰੋਬਾਰ ਤੋਂ ਵੇਲ ਹੀ ਨਹੀਂ ਮਿਲ ਸਕੀ। BA ਪਾਸ ਕਰਨ ਤੋਂ ਬਾਅਦ ਪਿਤਾ ਜੀ ਨੇ ਬਹੁਤ ਸਾਰਾ ਕਾਰੋਬਾਰ ਮੇਰੇ ਗਲ ਪਾ ਦਿੱਤਾ। ਉਹ ਛੇਤੀ ਰਿਟਾਇਰ ਹੋਣ ਵਾਲੇ ਨੇ ਤੇ ਉਹਨਾਂ ਦੀ ਸਲਾਹ ਹੈ ਆਪਣੀ ਥਾਵੇਂ ਜੱਜੀ ਦਾ ਅਹੁਦਾ ਮੈਨੂੰ ਦਵਾ ਦੇਣ, ਪਰ ਮੈਂ ਹਜੇ ਤੀਕ ਹਾਂ ਨਹੀਂ ਕੀਤੀ। ਮੇਰੀ ਸਲਾਹ ਹੈ ਮੈਂ ਇੱਕ ਵਾਰੀ ਯੂਰਪ ਹੋ ਆਵਾਂ, ਫਿਰ ਵੇਖੀ ਜਾਏਗੀ। ਉਧਰ ਮਾਤਾ ਜੀ ਵਿਆਹ ਵਾਸਤੇ ਬੜੇ ਮਗਰ ਪਏ ਰਹਿੰਦੇ ਨੇ। ਪੁਸ਼ਪਾ ਨੇ ਇਹ ਊਟ ਪਟਾਂਗ ਗੱਲਾਂ ਸੁਣੀਆਂ ਤੇ ਸੋਚਣ ਲੱਗੀ ਕਿ ਇਹ ਸੱਚਮੁੱਚ BA ਪਾਸ ਹੈ। ਗੱਲਾਂ ਕਥਾ ਦੇ ਢੰਗ ਤੋਂ ਤਾਂ ਇਹੋ ਜਾਪਦਾ ਹੈ ਕਿ BA ਛੱਡ ਕੇ ਇਸਨੇ BA ਪਾਸ ਨਹੀਂ ਕੀਤੀ। ਕੁਝ ਵੀ ਹੋਵੇ, ਪਰ ਉਸਨੂੰ ਸੋਹਣ ਸਿੰਘ ਦੀਆਂ ਗੱਲਾਂ 'ਚੋਂ ਸਵਾਦ ਆਇਆ। ਉਸਦੀ ਸੰਗ ਲੱਥ ਗਈ। ਉਹ ਬੋਲੀ, ਠੀਕ ਕਹਿੰਦੇ ਹੋ, ਮਾਪਿਆਂ ਨੂੰ ਤਾਂ ਪੁੱਤਰਾਂ ਦੀ ਭਲਾਈ ਦਾ ਫਿਕਰ ਹੁੰਦਾ ਏ, ਪੁੱਤਰ ਭਾਵੇਂ ਕਿਹੋ ਜਿਹੇ ਵੀ ਹੋਣ। ਤਾਂ ਤੁਸੀਂ ਹਜੇ ਹੋਰ ਪੜ੍ਹਨਾ ਚਾਹੁੰਦੇ ਹੋ? ਸੋਹਣ ਸਿੰਘ ਘਬਰਾ ਰਿਹਾ ਸੀ ਕਿਤੇ ਪੁਸ਼ਪਾ BA ਦੇ ਕਿਸੇ ਕੋਰਸ ਬਾਰੇ ਗੱਲ ਛੇੜ ਬੈਠੀ ਤਾਂ ਫਿਰ ਕੀ ਬਣੇਗਾ। ਇਸੇ ਲਈ ਉਹ ਝਟਪਟ ਗੱਲ ਦਾ ਰੁਖ ਬਦਲਦਾ ਹੋਇਆ ਬੋਲਿਆ, ਅੱਛਾ, ਤੇ ਤੁਹਾਡੇ ਪਿਤਾ ਨੇ ਕੀ ਸ਼ੁਗਲ ਰੱਖਿਆ ਹੋਇਆ ਹੈ ਅੱਜ ਕੱਲ੍ਹ? ਪੁਸ਼ਪਾ ਉਸਦੇ ਇਰਾਦੇ ਨੂੰ ਤਾੜ ਗਈ। ਸੋਹਣ ਸਿੰਘ ਕਿੰਨੀ ਕੁ ਵਿੱਦਿਆ ਤੇ ਅਕਲ ਦਾ ਮਾਲਕ ਹੈ, ਇਸ ਬਾਰੇ ਉਹਨੂੰ ਹੁਣ ਸੋਚਣ ਦੀ ਲੋੜ ਨਹੀਂ ਸੀ। ਉਹ ਬੋਲੀ, ਮੇਰੇ ਪਿਤਾ ਜੀ ਪੈਨਸ਼ਨਰ ਨੇ। ਕਿੰਨੀ ਕੁ ਪੈਨਸ਼ਨ ਮਿਲਦੀ ਹੈ ਉਹਨਾਂ ਨੂੰ? ਗੁਜ਼ਾਰੇ ਜੋਗੀ ਮਿਲ ਜਾਂਦੀ ਹੈ, ਪੁਸ਼ਪਾ ਨੇ ਕੁਝ ਖਿੱਝ ਕੇ ਜਵਾਬ ਦਿੱਤਾ।
ਤੁਹਾਡੇ ਭਾਈ ਸਾਹਿਬ ਤਾਂ ਅੱਜ-ਕੱਲ੍ਹ ਫਿਲੌਰ ਥਾਣੇਦਾਰੀ ਦਾ ਕੋਰਸ ਪਾਸ ਕਰਨ ਗਏ ਹੋਏ ਨੇ ਸ਼ਾਇਦ। ਤੁਹਾਨੂੰ ਪਤਾ ਹੈ ਮੇਰੇ ਪਿਤਾ ਜੀ ਨੇ ਉਹਨਾਂ ਦੀ ਸਿਫਾਰਿਸ਼ ਲਈ ਬੜੀਆਂ ਕੋਸ਼ਿਸ਼ਾਂ ਕੀਤੀਆਂ ਸਨ। ਆਪਣੇ ਸਾਕਾਂ ਲਈ ਆਦਮੀ ਨੂੰ ਸਭ ਕੁਝ ਕਰਨਾ ਪੈਂਦਾ ਹੈ। ਇਹ ਵੀ ਸ਼ੁਕਰ ਹੈ ਕਿ ਤੁਹਾਡੇ ਭਰਾ ਦੀ ਮਦਦ ਕਰਨ ਵਿੱਚ ਕਾਮਯਾਬ ਹੋ ਗਏ, ਨਹੀਂ ਤਾਂ ਅੱਜ-ਕੱਲ੍ਹ ਵੱਡੇ-ਵੱਡੇ ਆਦਮੀ ਮਾਮੂਲੀ ਨੌਕਰੀਆਂ ਲਈ ਧੱਕੇ ਖਾਂਦੇ ਫਿਰਦੇ ਨੇ। ਪੁਸ਼ਪਾ ਨੂੰ ਸੋਹਣ ਸਿੰਘ ਦਾ ਇਹ ਅਹਿਸਾਨ ਜਤਾਊ ਢੰਗ ਬੁਰਾ ਲੱਗਾ। ਬੋਲੀ, ਜੀ ਹਾਂ, ਤੁਹਾਡੇ ਪਿਤਾ ਹੋਰੀ ਬੜੀ ਮਿਹਰਬਾਨੀ ਕੀਤੀ ਹੈ ਸਾਡੇ ਗਰੀਬਾਂ ਉੱਤੇ, ਨਹੀਂ ਤੇ ਖਬਰੇ ਸਾਡਾ ਕੀ ਹਾਲ ਹੁੰਦਾ। ਸੋਹਣ ਸਿੰਘ ਨਹੀਂ ਸਮਝ ਸਕਿਆ ਕਿ ਪੁਸ਼ਪਾ ਨੇ ਇਹ ਗੱਲ ਕਿਹੜੇ ਰੰਗ ਵਿੱਚ ਕਹੀ ਸੀ। ਉਹ ਸੋਚਣ ਲੱਗਾ ਸ਼ਾਇਦ ਇਹ ਲੋਕ ਬਹੁਤ ਗਰੀਬ ਤੇ ਗਰਜਮੰਦ ਹਨ, ਇਸ ਕਰਕੇ ਜਰਾ ਹੋਰ ਐਠ ਵਿੱਚ ਬੋਲਿਆ, ਸਾਡੇ ਲਈ ਇਹ ਕੋਈ ਵੱਡੀ ਗੱਲ ਸੀ। ਸਾਡੇ ਤੇ ਵੱਡੇ-ਵੱਡੇ ਅਫਸਰਾਂ ਦੀ ਕਹਿੰਨੀ ਪਹੁੰਚ ਹੈ ਕਿ ਰਾਹ ਜਾਂਦੇ ਨੂੰ ਥਾਣੇਦਾਰ ਭਰਤੀ ਕਰਵਾ ਦੇਈਏ। ਅਸੀਂ ਤੁਹਾਡੀ ਹੋਰ ਵੀ ਹਰ ਤਰ੍ਹਾਂ ਨਾਲ ਮਦਦ ਕਰਨ ਨੂੰ ਤਿਆਰ ਹਾਂ। ਤੁਸੀਂ ਕਿਸੇ ਗੱਲ ਦਾ ਫਿਕਰ ਨਾ ਕਰੋ। ਸਾਡੇ ਤੁਹਾਡੇ ਤਲਕਾਤ ਹੋਣ ਦੀ ਢਿੱਲ ਹੈ ਕਿ ਅਸੀਂ ਤੁਹਾਡੇ ਭਰਾ ਨੂੰ ਇਦੋਂ ਵੀ ਵੱਡੇ ਅਹੁਦੇ ਦੇ ਦਿਆਂਗੇ। ਵੱਡੇ ਲੋਕਾਂ ਨਾਲ ਮਿਲ ਵਰਤੋਂ ਕਰਨ ਦਾ ਜੇ ਕੋਈ ਫਾਇਦਾ ਹੈ ਤਾਂ ਇਹੋ, ਜਿਹੜੇ ਅਮੀਰ ਆਪਣੇ ਗਰੀਬ ਰਿਸ਼ਤੇਦਾਰਾਂ ਦੀ ਮਦਦ ਨਹੀਂ ਕਰਦੇ, ਮੈਂ ਉਹਨਾਂ ਨੂੰ ਨਫ਼ਰਤ ਕਰਨਾ ਵਾਂ। ਪੁਸ਼ਪਾ ਲਈ ਇਹੋ ਜਿਹੀਆਂ ਹੱਤਕ ਭਰੀਆਂ ਗੱਲਾਂ ਸੁਣਨੀਆਂ ਔਖੀਆਂ ਹੋ ਗਈਆਂ। ਉਹ ਖੂਬ ਸਮਝ ਗਈ ਕਿ ਇਹ ਸਰਦਾਰ ਬਹਾਦਰ ਕਿੰਨੇ ਕੁ ਪਾਣੀ ਵਿੱਚ ਹਨ। ਉਹ ਪਿੱਛਾ ਛੁਡਾਉਣ ਦੇ ਖਿਆਲ ਨਾਲ ਬੋਲੀ, ਤੁਹਾਡੇ ਵਰਗੇ ਵੱਡੇ ਆਦਮੀਆਂ ਦੀ ਕਿਸੇ ਕੀ ਰੀਸ ਕਰਨੀ ਹੈ। ਕਮਰੇ ਦੀਆਂ ਕੰਧਾਂ ਤੇ ਛੱਤ ਵੱਲ ਤੱਕਦਾ ਹੋਇਆ ਤੇ ਨਾਲ ਹੀ ਦੰਦਾਂ ਵਿੱਚ ਫਸੇ ਹੋਏ ਰੋਟੀ ਦੇ ਭੂਰੇ ਨੂੰ ਨਹੁੰ ਨਾਲ ਕੱਢਣ ਦੀ ਕੋਸ਼ਿਸ਼ ਕਰਦਾ ਹੋਇਆ ਉਹ ਪੁਸ਼ਪਾ ਨੂੰ ਪੁੱਛਣ ਲੱਗਾ, ਮਕਾਨ ਤੇ ਤੁਹਾਡਾ ਚੰਗਾ ਏ, ਆਪਣਾ ਜੇ ਕਿ ਕਿਰਾਏ ਦਾ? ਹੁਣ ਪੁਸ਼ਪਾ ਆਪਣੇ ਕ੍ਰੋਧ ਨੂੰ ਰੋਕ ਨਾ ਸਕੀ। ਉਸਨੇ ਉੱਤਰ ਦਿੱਤਾ, ਕਿਰਾਏ ਦਾ ਏ ਸਰਦਾਰ ਜੀ, ਸਾਡੇ ਵਰਗੇ ਗਰੀਬਾਂ ਪਾਸ ਕਿੱਥੋਂ, ਤੇ ਉੱਠ ਕੇ ਤੁਰਦੀ ਬਣੀ। ਧੰਨਵਾਦ।